ਲੇਟੈਸਟ ਨਿਊਜ਼ ਸਭ ਤੋਂ ਪਹਿਲਾਂ ਆਪਣੇ ਫੋਨ ਤੇ ਦੇਖਣ ਲਈ ਸਾਡਾ ਚੈਨਲ ਸਬਸਕ੍ਰਾਈਬ ਕਰੋ ਅਤੇ ਨੋਟੀਫਿਕੇਸ਼ਨ ਦੇ ਲਈ ਬੈਲ ਆਈਕਨ ਜ਼ਰੂਰ ਦਬਾਓ। ਵਿਸ਼ੇਸ਼ ਮੁਲਾਕਾਤ ਤੁਹਾਡਾ ਸਵਾਗਤ ਹੈ ਜੀ। ਇਸ ਪ੍ਰੋਗਰਾਮ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਅਸੀਂ ਕਿਸੇ ਵੀ ਚੰਗੀ ਸ਼ਖਸੀਅਤ ਦੇ ਨਾਲ ਤੁਹਾਡੀ ਗੱਲਬਾਤ ਕਰਵਾਈਏ। ਉਹਦੇ 'ਚ ਪੱਤਰਕਾਰ ਵੀ ਹੋ ਸਕਦੇ ਨੇ, ਉਹਦੇ 'ਚ ਕਲਾਕਾਰ ਵੀ ਹੋ ਸਕਦੇ ਨੇ ਅਤੇ ਉਹਦੇ 'ਚ ਪੋਲੀਟੀਸ਼ੀਅਨ ਵੀ ਹੋ ਸਕਦੇ ਨੇ। ਇਸ ਵੇਲੇ ਮੈਨੂੰ ਇਸ ਗੱਲ ਦਾ ਮਾਣ ਹੈ ਜੀ ਕਿ ਬਰੈਂਪਟਨ ਸਾਊਥ ਤੋਂ ਜਿਹੜੇ ਦੂਸਰੀ ਵਾਰੀ ਇਲੈਕਟ ਹੋਏ ਨੇ ਸੋਨੀਆ ਸਿੱਧੂ ਜੀ ਸਾਡੇ ਨਾਲ ਨੇ ਅਤੇ ਅਸੀਂ ਉਹਨਾਂ ਨੂੰ ਜਿਹੜੇ ਇਸ ਵੇਲੇ ਦੇ ਖਾਸ ਸਵਾਲ ਸਭ ਦੇ ਦਿਮਾਗ 'ਚ ਹੈਗੇ ਨੇ, ਅਸੀਂ ਉਹਨਾਂ ਨੂੰ ਜ਼ਰੂਰ ਕਰਨਾ ਚਾਹਾਂਗੇ ਜੀ। ਸਭ ਤੋਂ ਪਹਿਲਾਂ ਸੋਨੀਆ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਸਤਿ ਸ਼੍ਰੀ ਅਕਾਲ ਵੀਰ ਜੀ। ਹਮਦਰਦ ਟੀਵੀ ਦੇ ਸਾਰੇ ਹੀ ਦਰਸ਼ਕਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸਾਡੇ ਸਾਰਿਆਂ ਵੱਲੋਂ ਵੀ ਤੁਹਾਨੂੰ ਵੀ ਤੁਹਾਡੇ ਪਰਿਵਾਰ ਨੂੰ ਜੀ ਬਹੁਤ ਬਹੁਤ ਸਤਿਕਾਰ ਨਾਲ ਸਤਿ ਸ਼੍ਰੀ ਅਕਾਲ। ਮੈਂ ਪਹਿਲਾਂ ਅੱਜ ਕੱਲ੍ਹ ਗੱਲ ਵੱਡੀ ਚੱਲ ਰਹੀ ਹੈ ਜੀ ਕੋਵਿਡ ਦੀ। ਕੋਵਿਡ-19 ਨੇ ਸਾਰਾ ਜਿਹੜਾ ਸਿਸਟਮ ਹੈ ਇੱਕ ਵਾਰੀ ਡਿਸਰਪਟ ਕਰ ਦਿੱਤਾ। ਜੋ ਕੁਛ ਚੱਲਦਾ ਸੀਗਾ ਅਸੀਂ ਕਦੇ ਸੋਚਿਆ ਵੀ ਨਹੀਂ ਸੀ ਕਿ ਅਸੀਂ ਇਸ ਹਾਲਤ 'ਤੇ ਆ ਪਹੁੰਚਾਂਗੇ। ਅਤੇ ਵੈਕਸੀਨ ਆ ਗਿਆ ਅਤੇ ਅੱਜ ਦੂਸਰਾ ਵੀ ਸਰਕਾਰ ਨੇ ਮੋਡਰਨਾ ਦਾ ਵੀ ਅਪਰੂਵ ਕਰ ਦਿੱਤਾ ਹੈਗਾ। ਤੁਸੀਂ ਦੱਸੋਗੇ ਕਿ ਕਿੰਨਾ ਕੁ ਸਮਾਂ ਲੱਗੇਗਾ ਸਾਰਿਆਂ ਨੂੰ ਵੈਕਸੀਨ ਮਿਲਣ ਦਾ, ਔਰ ਇਹਦੀ ਅਵੇਲੇਬਿਲਿਟੀ ਕਿੰਨੀ ਕੁ ਜ਼ਿਆਦਾ ਹੈਗੀ ਆ? ਕੀ ਸਾਡੇ ਸਾਰਿਆਂ ਕੈਨੇਡੀਅਨਸ ਵਾਸਤੇ ਇਨਫ ਵੈਕਸੀਨ ਹੈਗਾ ਜਾਂ ਨਹੀਂ? ਬਿਲਕੁਲ ਵੀਰ ਜੀ, ਜਿਵੇਂ ਕਿ ਤੁਸੀਂ ਕਿਹਾ 2020 ਜਿਹੜਾ ਸਾਡੇ ਲਈ ਸਾਰਿਆਂ ਵਾਸਤੇ ਇਹ ਸਾਲ ਬਹੁਤ ਚੈਲੰਜਿੰਗ ਸਾਲ ਰਿਹਾ ਹੈਗਾ। ਸੋ ਜਿਵੇਂ ਕਿ ਤੁਸੀਂ ਦੇਖਿਆ ਕਿ ਅੱਜ ਜਿਹੜੀ ਸਭ ਤੋਂ ਵੱਡੀ ਨਿਊਜ਼ ਆਈ ਹੈ ਕਿ ਜਿਹੜੀ ਮੋਡਰਨਾ ਉਹ ਵੀ ਜਿਹੜੀ ਅਪਰੂਵ ਹੋ ਕੇ ਆਉਣ ਵਾਲੇ ਟਾਈਮ ਦੇ ਵਿੱਚ ਸਾਡੇ ਕੋਲ ਪਹੁੰਚ ਜੂ ਹੈਗੀ। 31 ਜਨਵਰੀ ਤੱਕ ਸਾਨੂੰ 1.2 ਮਿਲੀਅਨ ਜਿਹੜੀਆਂ ਡੋਜ਼ਸ ਹੈਗੀਆਂ ਬੋਥ ਜਿਹੜੀਆਂ ਸਾਡੀ ਵੈਕਸੀਨ ਬਾਇਓ ਇਨਟੈਕ ਤੇ ਜਿਹੜੀ ਦੂਸਰੀ ਜਿਹੜੀ ਮੋਡਰਨਾ ਦੋਨਾਂ ਦੀਆਂ ਜਿਹੜੀਆਂ ਸਾਡੇ ਕੋਲ ਪਹੁੰਚ ਜਾਣਗੀਆਂ ਜਿਹੜੀਆਂ ਡੋਜ਼ਸ ਹੈਗੀਆਂ। ਸੋ ਇੰਨੀਆਂ ਡੋਜ਼ਸ ਨੂੰ ਸਿਕਿਉਰ ਕਰਨਾ ਆਈ ਥਿੰਕ ਇਹ ਮੈਂ ਸੋਚਦੀ ਹਾਂ ਕਿ ਬਹੁਤ ਹੀ ਇਹ ਵੱਡੀ ਗੱਲ ਹੈਗੀ ਹੈ। ਇਹਦੇ ਵਿੱਚ ਮੈਂ ਆਪਣੇ ਪ੍ਰਾਈਮ ਮਿਨਿਸਟਰ ਨੂੰ ਵੀ ਬਹੁਤ ਇਹਦੇ ਵਿੱਚ ਬਹੁਤ ਹੀ ਜਿਹੜਾ ਚੰਗਾ ਕੰਮ ਕੀਤਾ ਹੈਗਾ ਗਵਰਨਮੈਂਟ ਨੇ ਕਿ ਇੰਨੀਆਂ ਡੋਜ਼ਸ ਜਿਹੜੀਆਂ ਸਿਕਿਉਰ ਕਰਨੀਆਂ ਕੈਨੇਡੀਅਨਸ ਲਈ, ਇਹ ਬਹੁਤ ਹੀ ਵੱਡੀ ਗੱਲ। ਕੈਨੇਡਾ ਦੇ ਜੇ ਤੁਸੀਂ ਦੇਖੋ ਕਿ ਬਹੁਤ ਹੀ ਚੰਗੀ ਤਰ੍ਹਾਂ ਹੈਂਡਲ ਕੀਤਾ ਕਿ ਜਿਵੇਂ ਦੂਸਰੇ ਦੇਸ਼ ਵੀ ਕਰ ਰਹੇ ਹੈਗੇ ਆ। ਜਿਵੇਂ ਕੋਵਿਡ-19 ਦੀਆਂ ਜਿਹੜੀਆਂ ਡੋਜ਼ਸ ਸਿਕਿਉਰ ਕਰਕੇ ਕੈਨੇਡੀਅਨਸ ਦੀ ਲਿਆਉਣੀਆਂ ਹੈਗੀਆਂ। ਤੁਸੀਂ ਦੇਖੋ ਕੈਨੇਡੀਅਨ ਆਰਮ ਫੋਰਸਿਸ ਵੀ ਡਿਲੀਵਰੀ ਵਾਸਤੇ ਲਗਾਈਆਂ ਗਈਆਂ ਹੈਗੀਆਂ। ਇਹਦਾ ਇਹ ਹੈਗਾ ਕਿ ਚਾਹੇ ਸਾਡੇ ਸੀਨੀਅਰਸ ਨੂੰ ਡੋਜ਼ਸ ਮਿਲਣ ਕਿ ਚੰਗੀ ਤਰ੍ਹਾਂ ਨਾਲ ਸਾਰਾ ਉਹਦੀ ਡਿਲੀਵਰੀ ਹੋ ਸਕੇ, ਸਾਡੇ ਕੈਨੇਡੀਅਨਸ ਨੂੰ ਜਿਹੜੀਆਂ ਡੋਜ਼ਸ ਉਹ ਮਿਲ ਸਕਣ ਤੇ ਜਿਹੜੇ ਕੈਨੇਡੀਅਨਸ ਨੂੰ ਅਸੀਂ ਸੁਰੱਖਿਅਤ ਹੋ ਸਕਣ। ਇਸ ਤੋਂ ਪਹਿਲਾਂ ਮੈਂ ਜੇ ਕਹੂੰਗੀ ਕਿ ਕੋਵਿਡ-19 ਤੇ ਜਦੋਂ ਤੋਂ ਸ਼ੁਰੂ ਹੋਇਆ ਹੁਣ ਤੱਕ ਜਿਵੇਂ ਪ੍ਰਾਈਮ ਮਿਨਿਸਟਰ ਟਰੂਡੋ, ਕੈਬਨਿਟ ਮਿਨਿਸਟਰਸ ਸਾਰਿਆਂ ਨੇ ਹੀ ਕੰਮ ਕੀਤਾ ਹੈਗਾ ਰਲ ਕੇ, ਕੈਨੇਡੀਅਨਸ ਦੀ ਬਾਂਹ ਫੜੀ ਹੈ ਸ਼ੁਰੂ ਤੋਂ ਲੈ ਕੇ ਹੁਣ ਤੱਕ ਵੀ। ਜਿੱਥੇ ਜਿੱਥੇ ਹੈਲਪ ਦੀ ਲੋੜ ਹੋਈ, ਚਾਹੇ ਉਹ ਬਿਜ਼ਨਸ ਮੈਨ ਹੋਣ, ਚਾਹੇ ਉਹ ਰੈਂਟ ਰਿਲੀਫ ਹੋਣ, ਚਾਹੇ ਉਹ CCB ਸਾਡੇ ਬੱਚਿਆਂ ਵਾਸਤੇ ਜਿਹੜਾ ਬੈਨੀਫਿਟ ਉਹ ਬੂਸਟ ਕੀਤੇ ਹੋਣ, ਚਾਹੇ ਉਹ ਸਿਕ ਲਈ ਵਾਸਤੇ ਹੋਣ, ਚਾਹੇ ਉਹ ਕੇਅਰ ਗਿਵਰ ਹੋਣ। ਸੋ ਸਾਰਿਆਂ ਨੂੰ ਜਿੱਥੇ ਜਿੱਥੇ ਟਾਈਮ ਤੇ ਲੋੜ ਪਈ ਉੱਥੇ ਹੀ ਕੈਨੇਡੀਅਨ ਸਰਕਾਰ ਨੇ ਲੋਕਾਂ ਦੀ ਬਾਂਹ ਫੜੀ ਤੇ ਅੱਗੇ ਵੀ ਬਾਂਹ ਫੜਨ ਵਾਸਤੇ ਵਚਨਬੱਧ ਹੈ। ਤੇ ਹੁਣ ਹੈਗਾ ਕਿ ਵੀ ਆਰ ਨਾਟ ਆਊਟ ਆਫ ਵਰਡਸ ਯੈਟ। ਸਾਨੂੰ ਅਜੇ ਵੀ ਜੀ ਉਵੇਂ ਹੀ ਹੈਲਥ ਅਫੀਸ਼ੀਅਲਸ ਦੀਆਂ ਗਾਈਡਲਾਈਨਸ ਦੀ ਪਾਲਣਾ ਕਰਨੀ ਪਊਗੀ। ਬੇਸ਼ੱਕ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਵੱਧ ਤੋਂ ਵੱਧ ਜਿਹੜੀ ਆ ਕਿ ਜਲਦੀ ਤੋਂ ਜਲਦੀ ਜਿਹੜੀ ਆ ਉਹ ਵੈਕਸੀਨ ਲੋਕਾਂ ਤੱਕ ਪਹੁੰਚ ਸਕੇ, ਲੋਕੀ ਉਹਨੂੰ ਲਵਾ ਸਕਣ। ਤੇ ਇਹਦੇ ਨਾਲ ਪਰ ਫਿਰ ਵੀ ਸਾਨੂੰ ਜਿਹੜੇ ਆ ਹੈਲਥ ਜਿਹੜੇ ਅਫੀਸ਼ੀਅਲ ਸਾਨੂੰ ਗਾਈਡਲਾਈਨਸ ਦੇ ਰਹੇ ਹੈਗੇ ਆ ਉਹਨਾਂ ਦੀ ਪਾਲਣਾ ਕਰਨਾ ਬਹੁਤ ਜ਼ਰੂਰੀ ਹੈ ਜੀ। ਸੋਨੀਆ ਜੀ, ਤੁਸੀਂ ਬਰੈਂਪਟਨ ਦੇ ਵਿੱਚੋਂ ਪੰਜੇ ਦੇ ਪੰਜੇ ਲਿਬਰਲ ਮੈਂਬਰ ਪਾਰਲੀਮੈਂਟਸ ਨੂੰ, ਸਾਨੂੰ ਇਸ ਗੱਲ ਦਾ ਮਾਣ ਹੈ ਕਿ ਅਸੀਂ ਲਿਬਰਲਸ ਨੂੰ ਚੁਣ ਕੇ ਪਾਰਲੀਮੈਂਟ ਦੇ ਵਿੱਚ ਭੇਜਿਆ। ਕੋਈ ਬਰੈਂਪਟਨ ਵਾਸਤੇ ਖਾਸ ਫੰਡਿੰਗ ਵਗੈਰਾ ਦੀ ਕੋਈ ਤੁਹਾਡੀ ਕੋਸ਼ਿਸ਼ ਚੱਲ ਰਹੀ ਹੈ ਜਾਂ ਹੈ ਕੁਝ? ਕਿਉਂਕਿ ਬਰੈਂਪਟਨ ਨੂੰ ਬਹੁਤ ਲੋੜ ਆ। ਇੱਕ ਤਾਂ ਸਾਡੇ ਤੇ ਕਰੋਪੀ ਕੋਵਿਡ-19 ਦੀ ਵੀ ਬਹੁਤ ਜ਼ਿਆਦਾ, ਬਾਕੀ ਥਾਵਾਂ ਨਾਲੋਂ ਸਾਡੇ ਤੇ ਜ਼ਿਆਦਾ ਆਇਆ ਹੋਇਆ। ਨਾਲ ਟੋਰਾਂਟੋ ਅਤੇ ਅਸੀਂ ਉਹਦੇ ਨਾਲ ਆਏ ਹੋਏ ਹਾਂ। ਇਹਦੇ ਬਾਰੇ ਕੋਈ ਸਰਕਾਰ ਕੋਈ ਹੋਰ ਫੰਡਿੰਗ ਵਗੈਰਾ ਇਸ਼ੂ ਕਰ ਰਹੀ ਹੈ ਬਰੈਂਪਟਨ ਵਾਸਤੇ? ਇਹਦੇ ਬਾਰੇ ਵੀਰ ਜੀ ਮੈਂ ਦੱਸਣਾ ਚਾਹੂੰਗੀ ਕਿ ਸਾਡੀ ਜਿਹੜੀ ਬਰੈਂਪਟਨ ਟੀਮ ਹੈਗੀ ਆ ਕੋਵਿਡ-19 ਦੇ ਨਾਲ ਜਿਹੜੀਆਂ ਸਾਡੀਆਂ ਹੋਰ ਵੀ ਜ਼ਰੂਰਤਾਂ ਹੈਗੀਆਂ, ਖਾਸ ਕਰਕੇ ਮੈਂ ਆਪਣੀ ਰਾਈਡਿੰਗ ਦੀ ਗੱਲ ਕਰਨਾ ਚਾਹੂੰਗੀ। ਬਰੈਂਪਟਨ ਸਾਊਥ ਦੇ ਵਿੱਚ ਜਿਹੜੀ ਕਿਸੇ ਰਿਵਰ ਵਾਕ ਪ੍ਰੋਜੈਕਟ ਬਹੁਤ ਦੇਰ ਤੋਂ ਸਾਡੀ ਇਹ ਮੰਗ ਸੀਗੀ ਕਿ ਇਹਨੂੰ ਪ੍ਰੂਵ ਕੀਤਾ ਜਾਵੇ। ਕਿਉਂ ਇਹ ਜ਼ਰੂਰੀ ਸੀਗਾ? ਕਿਉਂਕਿ ਜਿਹੜੀ ਬਰੈਂਪਟਨ ਡਾਊਨਟਾਊਨ ਹੈਗਾ ਉਹ ਫਲੱਡ ਜ਼ੋਨ ਤੇ ਵੀ ਸਿਟਸ ਔਨ ਫਲੱਡ ਜ਼ੋਨ ਤੇ ਉਹਦੇ ਵਾਸਤੇ ਬਹੁਤ ਜ਼ਰੂਰੀ ਸੀਗੀ ਕਿ ਇਹ ਰਿਵਰ ਵਾਕ ਪ੍ਰੋਜੈਕਟ ਅਪਰੂਵ ਹੋਣਾ।
ਜਿਹੜੀ ਆਲਮੋਸਟ 38 ਮਿਲੀਅਨ ਜਿਹੜੀ ਫੰਡਿੰਗ ਜਿਹੜੀ ਆ ਉਹ ਫੈਡਰਲ ਸਰਕਾਰ ਵੱਲੋਂ ਜਿਹੜਾ ਅਪਰੂਵ ਹੋ ਪਿੱਛੇ ਜੇ ਮਿਨਿਸਟਰ ਮਕੈਨਾ ਆ ਕੇ ਅਨਾਉਂਸ ਕੀਤੀ ਹੈਗੀ, ਉਹਦੇ ਨਾਲ ਆਲਮੋਸਟ 23,000 ਜਿਹੜੀਆਂ ਉਹ ਜੌਬਸ ਜਿਹੜੀਆਂ ਉਹ ਆਉਣਗੀਆਂ ਆਨ ਦੇ ਟਾਈਮ ਦੇ ਵਿੱਚ, ਜਿਹਦਾ ਬਹੁਤ ਹੀ ਫਾਇਦਾ ਹੋਊਗਾ ਸਾਰਿਆਂ ਨੂੰ, ਖਾਸ ਕਰਕੇ ਬਰੈਂਪਟਨ ਡਾਊਨਟਾਊਨ ਸਾਡੇ ਬਿਜ਼ਨਸਮੈਨ ਨੂੰ। ਤੇ ਜਦੋਂ ਜੌਬਸ ਕ੍ਰੀਏਟ ਹੋਣਗੀਆਂ ਉਹਦੇ ਨਾਲ ਇਕਨੋਮੀ ਤੇ ਵੀ ਫਰਕ ਪਊਗਾ। ਤੇ ਇਹਦੇ ਨਾਲ ਨਾਲ ਜਿਹੜੀ ਦੂਜੀ ਗੱਲ ਹੋਰ ਹੋਈ ਹੈ ਕਿ $276 ਮਿਲੀਅਨ ਦੀ ਜਿਹੜੀ ਹਿਸਟੋਰਿਕ ਜਿਹੜੀ ਅਫੋਰਡੇਬਲ ਹਾਊਸਿੰਗ ਵਾਸਤੇ ਜਿਹੜੇ ਮਿਨਿਸਟਰ ਹੁਸੈਨ ਆ ਕੇ ਅਨਾਉਂਸ ਕਰਕੇ ਗਏ ਬਰੈਂਪਟਨ ਦੇ ਵਿੱਚ, ਉਹਦੀ ਵੀ ਬਹੁਤ ਜ਼ਰੂਰਤ ਸੀਗੀ। ਇਹ ਜਿਹੜੀਆਂ ਤੇ ਤੀਸਰੀ ਜਿਹੜੀ ਅਨਾਉਂਸਮੈਂਟ ਜਿਹੜੀ ਆ ਬਰੈਂਪਟਨ ਡਾਊਨਟਾਊਨ ਦੇ ਵਿੱਚ ਜਿਹੜੀ ਟਰਮੀਨਲ ਜਿਹੜੀਆਂ ਬੱਸਸ ਜਿਹੜੀਆਂ ਹੋਰ ਹੋਣਗੀਆਂ, ਵੇਟਿੰਗ ਪੀਰੀਅਡ ਘਟੂਗਾ, ਚਾਹੇ ਜਿਹੜੀਆਂ ਪੁਰਾਣੀਆਂ ਬੱਸਾਂ ਜਿਹੜੀਆਂ ਉਹਨਾਂ ਦੀ ਰਿਫਰਬਿਸ਼ਮੈਂਟ ਹੋਵੇ ਜਾਂ ਨਵੀਆਂ ਬੱਸਾਂ ਹੋਰ ਵੀ ਹੋਣਗੀਆਂ, ਤੇ ਚਾਹੇ ਉਹ ਕੈਮਰਾਸ ਇੰਸਟਾਲ ਕੀਤੇ ਜਾਣ, ਚਾਹੇ ਉਹ ਵੇਟਿੰਗ ਏਰੀਆ ਜਿਹੜਾ ਬੱਸ ਟਰਮੀਨਲ ਜਿਹੜਾ ਬਣਦਾ ਹੋਰ ਜਿਹੜੇ ਉਹਦੇ ਚ ਐਕਸਟੈਂਡ ਜਿਹੜਾ ਹੋਇਆ ਹੈਗਾ। ਸੋ ਬਰੈਂਪਟਨ ਡਾਊਨਟਾਊਨ ਦੇ ਵਿੱਚ ਜਿਹੜੀ ਟ੍ਰਾਂਜ਼ਿਟ ਹੱਬ ਜਿਹੜੀ ਆ ਉਹਦੇ ਵਾਸਤੇ ਜਿਹੜੇ ਮਿਲੀਅਨਸ ਆਫ ਡਾਲਰ ਸਰਕਾਰ ਨੇ ਅਨਾਉਂਸਮੈਂਟ ਜਿਹੜੀ ਕੀਤੀ ਹੈਗੀ, ਉਹ ਵੀ ਜੀ ਬਹੁਤ ਵੱਡੀ। ਸੋ ਤਿੰਨ ਜਿਹੜੀਆਂ ਅਨਾਉਂਸਮੈਂਟ ਅੱਗੇ ਪਿੱਛੇ ਜੇ COVID-19 ਦੇ ਨਾਲ ਨਾਲ ਇਹ ਵੀ ਬਹੁਤ ਜ਼ਰੂਰੀ ਸੀਗਾ ਬਰੈਂਪਟਨ ਦੇ ਵਿਕਾਸ ਵਾਸਤੇ, ਤਾਂ ਕਿ ਜਿਹੜੀਆਂ ਜੌਬਸ ਹੋਰ ਹੋਣ, ਜਿਹੜੇ ਟਾਈਮਿੰਗ ਘੱਟ ਹੋਵੇ, ਜੇ ਜ਼ਿਆਦਾ ਸਾਡੇ ਕੋਲ ਟ੍ਰਾਂਜ਼ਿਟ ਹੋਊਗੀ, ਜ਼ਿਆਦਾ ਲੋਕ ਜਿਹੜੇ ਉਹ ਸੜਕਾਂ ਤੇ ਘੱਟ ਕੰਜੈਸ਼ਨ ਹੋਊਗਾ। ਸੋ ਇਹਦੇ ਨਾਲ ਨਾਲ ਇਹ ਵੀ ਕੰਮ ਜਿਹੜੇ ਨਾਲ ਨਾਲ ਜੀ ਇਹ ਚੱਲੀ ਜਾ ਰਹੇ। ਉਹਦੇ ਨਾਲ ਨਾਲ ਮੈਂ ਹੋਰ ਵੀ ਕਹਿਣਾ ਚਾਹੂੰਗੀ ਕਿ ਲਾਸਟ ਨਾਈਟ ਜਿਹੜੀ ਸਾਡੀ ਸੀਗੀ ਮੈਂਟਲ ਹੈਲਥ ਵਾਸਤੇ ਵੀ ਸਾਨੂੰ ਬਹੁਤ ਕਰਨ ਦੀ ਲੋੜ ਹੈਗੀ ਆ, ਕਿਉਂਕਿ COVID-19 ਦੇ ਨਾਲ ਨਾਲ ਵੀ ਸਟਿਗਮਾ ਬਹੁਤ ਹੈਗਾ ਆਪਣੇ ਸਾਊਥ ਏਸ਼ੀਅਨ ਭਾਈਚਾਰੇ ਦੇ ਵਿੱਚ। ਉਹਦੇ ਵਿੱਚ ਮੈਂ ਸਟੇਟਸ ਆਫ ਵੂਮਨ ਕਮੇਟੀ ਦੇ ਵਿੱਚ ਵੀ ਸਾਡੀ ਸਟੇਟਸ ਆਫ ਵੂਮਨ ਦੇ ਵਿੱਚ ਮਿਨਿਸਟਰਸ ਨਾਲ ਸਾਡੀ ਗੱਲਬਾਤ ਚੱਲਦੀ ਰਹਿੰਦੀ ਸੀਗੀ। ਸੋ ਇੱਕ ਸਾਊਥ ਏਸ਼ੀਅਨ ਭਾਈਚਾਰੇ ਦੇ ਵਿੱਚ ਸੋਚ ਨਾਂ ਦੀ ਸੰਸਥਾ ਹੈਗੀ ਜਿਹੜੀਆਂ 2 ਨਰਸਿਸ ਰਨ ਕਰਦੇ ਹੈਗੇ ਆ। ਸੋ ਬੜੇ ਮੈਂ ਮਾਣ ਨਾਲ ਗੱਲ ਕਹੂੰਗੀ ਕਿ ਉਹ ਨਰਸਿਸ ਬਹੁਤ ਹੀ ਚੰਗਾ ਕੰਮ ਕਰ ਰਹੀਆਂ ਸੀਗੀਆਂ ਪਿਛਲੇ ਟਾਈਮ ਤੋਂ, ਤੇ ਉਹਨਾਂ ਨੂੰ ਜਿਹੜੀ ਪਿਛਲੇ ਲਾਸਟ ਨਾਈਟ ਬੜੀ ਵਧੀਆ ਜਿਹੜੀ ਫੰਡਿੰਗ ਜਿਹੜੀ ਉਹ ਮੁਹੱਈਆ ਹੋਈ ਹੈਗੀ ਆ। ਉਹਦੇ ਵਿੱਚ ਵੀ ਕਾਫੀ ਮਤਲਬ ਕਿ ਯੋਗਦਾਨ ਸਾਰਿਆਂ ਨੇ ਅਸੀਂ ਪਾਇਆ ਹੈਗਾ, ਤਾਂ ਕਿ ਜਿਹੜੇ ਸਾਊਥ ਏਸ਼ੀਅਨ ਭਾਈਚਾਰੇ ਦੇ ਵਿੱਚ ਜਿਹੜੇ ਸਟਿਗਮਾ ਹੈਗਾ ਅਵੇਅਰਨੈਸ ਹੋ ਸਕੇ, ਤਾਂ ਕਿ ਜਿਹੜੀ ਹੈਲਪ ਜਿਹੜੀ ਲੋੜੀਂਦਾ ਹੈਲਪ ਜਿਹੜੀ ਉਹ ਮਿਲ ਸਕੇ। ਉਹਦੇ ਨਾਲ ਨਾਲ ਵੀਰ ਜੀ ਮੈਂ ਡਾਇਬੀਟੀਜ਼ ਦੀ ਜਿਹੜੀ $6 ਮਿਲੀਅਨ ਦੀ ਬਿਹਾਫ ਆਫ ਹੈਲਥ ਮਿਨਿਸਟਰ, ਉਹ ਵੀ 2 ਵੀਕ ਪਹਿਲਾਂ ਅਨਾਉਂਸਮੈਂਟ ਜਿਹੜੀ ਹੋਈ ਹੈਗੀ ਆ ਡਾਇਬੀਟੀਜ਼ ਰਿਸਰਚ ਵਾਸਤੇ। ਉਹਦੇ ਵਿੱਚ ਇਹ ਹੈਗਾ ਜੀ ਸਟੈਮ ਸੈਲਸ ਜਿਹੜੇ ਹੈਗੇ ਉਹ ਇੱਕ ਖੋਜ ਚੱਲ ਰਹੀ ਹੈਗੀ ਆ। ਮੇਬੀ ਸਾਨੂੰ ਇਨਸੂਲਿਨ ਡਿਪੈਂਡੈਂਟ ਨਹੀਂ ਹੋਣਾ ਪਊਗਾ ਜੇ ਉਹ ਜਿਹੜੀ ਖੋਜ ਜਿਹੜੀ ਉਹ ਸਾਰਥਕ ਹੁੰਦੀ ਹੈਗੀ ਆ। ਉਹਦੇ ਵਾਸਤੇ ਫੰਡਿੰਗ ਦੀ ਲੋੜ ਸੀਗੀ। ਉਹਦੇ ਵਾਸਤੇ ਜਿਹੜੀ $6 ਮਿਲੀਅਨ ਜਿਹੜੀ ਆ ਉਹਦੀ ਫੰਡਿੰਗ ਦਿੱਤੀ ਗਈ ਹੈਗੀ ਆ, ਤਾਂ ਕਿ ਆਉਣ ਵਾਲੇ ਟਾਈਮ ਦੇ ਵਿੱਚ ਜੇ ਅਸੀਂ ਸਕਸੈਸਫੁਲ ਹੁੰਦੇ ਹੈਗੇ ਆ ਤੇ ਇਹਦੇ ਵਿੱਚ ਨੋ ਡਾਊਟ ਕਿ ਅਸੀਂ ਕਿਉਰ ਲੱਭਣ ਦੇ ਵਿੱਚ ਕਾਮਯਾਬ ਹੋ ਜਾਵਾਂਗੇ। ਜਿਵੇਂ ਕਿ ਇਨਸੂਲਿਨ ਜਿਹੜੀ ਹੈਗੀ ਆ ਉਹ ਕੈਨੇਡਾ ਨੇ ਸਾਰੇ ਵਰਲਡ ਨੂੰ ਦਿੱਤੀ ਸੀਗੀ। ਤੁਸੀਂ ਜਾਣਦੇ ਹੋ ਲੰਡਨ ਦੇ ਵਿੱਚ ਜਿਹੜਾ ਬੈਂਟਿੰਗ ਹਾਊਸ ਹੈ ਸਰ ਫਰੈਡਰਿਕ ਬੈਂਟਿੰਗ ਨੇ, ਤੇ ਵਾਈ ਕੈਨ ਨਾਟ ਵੀ ਲੀਡ ਦਾ ਵੇ। ਸੋ ਮੈਂ ਤਾਂ ਹਮੇਸ਼ਾ ਹੀ ਇਹ ਕਹਿੰਦੀ ਹੁੰਦੀ ਆ ਜੀ, ਤੇ ਇਹਦੇ ਲਈ ਜਿਹੜੀ ਇਹ ਫੰਡਿੰਗ ਬਹੁਤ ਜ਼ਰੂਰੀ ਸੀ ਮੁਹੱਈਆ ਕਰਨੀ। ਥੈਂਕ ਯੂ। ਤੁਸੀਂ ਪਿਛਲੀ ਵਾਰ ਵੀ ਜਦੋਂ ਤੁਹਾਡੀ ਪਹਿਲੀ ਟਰਮ ਸੀ ਤੁਸੀਂ ਉਦੋਂ ਵੀ ਇਸ ਦੇ ਉੱਤੇ ਬਹੁਤ ਕੰਮ ਕੀਤਾ ਸੀਗਾ। ਮੇਰਾ ਅਗਲਾ ਸਵਾਲ ਆ ਸੋਨੀਆ ਜੀ ਕਿ ਸੀਨੀਅਰਸ ਵਾਸਤੇ ਲੌਂਗ ਟਰਮ ਕੇਅਰ ਜਿਹੜੀ ਇਸ ਵਾਰੀ ਕਿਉਂਕਿ ਮੋਸਟਲੀ ਇਹਦੀ ਕਰੋਪੀ COVID-19 ਦੀ ਸੀਨੀਅਰਸ 'ਤੇ ਜ਼ਿਆਦਾ ਪਈ ਹੈਗੀ ਹੈ, ਕੀ ਤੁਹਾਡੀ ਸਰਕਾਰ ਕੋਈ ਲੌਂਗ ਟਰਮ ਜਿਹੜੀ ਕੇਅਰ ਵਾਸਤੇ ਕੋਈ ਨੈਸ਼ਨਲ ਸਟ੍ਰੈਟਜੀ ਜੋ ਵੀ ਹੈਗੀ ਉਹਨੂੰ ਹੋਰ ਇੰਪਰੂਵ ਕਰਨ ਬਾਰੇ ਸੋਚ ਰਹੀ ਹੈ? ਇਹਦੇ ਵਿੱਚ ਵੀਰ ਜੀ ਮੈਂ ਕਹਿਣਾ ਚਾਹੂੰਗੀ ਕਿ ਜਦੋਂ COVID-19 ਦੇ ਵਿੱਚ ਲੌਂਗ ਟਰਮ ਕੇਅਰਸ ਇੱਕ ਬਰੈਂਪਟਨ ਸਾਊਥ ਦੀ ਰਾਈਡਿੰਗ ਦੇ ਵਿੱਚ ਜਦੋਂ ਕੈਨੇਡੀਅਨ ਆਰਮ ਫੋਰਸਿਸ ਜਦੋਂ ਆਏ, ਉਹਨਾਂ ਨੇ ਇੱਕ ਰਿਪੋਰਟ ਪੇਸ਼ ਕੀਤੀ ਜਿਹਦੀ ਬਹੁਤ ਹੀ ਉਹ ਜਿਹੜੀ ਰਿਪੋਰਟ ਸੀ ਉਹ ਬਹੁਤ ਹੀ ਗਲਤ ਰਿਪੋਰਟ ਸੀਗੀ। ਗਲਤ ਮੀਨਸ ਕਿ ਉਹ ਬਹੁਤ ਹੀ ਹੌਰੀਫਾਈਡ ਰਿਪੋਰਟ ਸੀ। ਉਹਦੇ ਰਿਪੋਰਟ ਦੇ ਵਿੱਚ ਇਹ ਪੇਸ਼ ਕੀਤਾ ਗਿਆ ਸੀ ਕਿ ਸਾਡੇ ਸੀਨੀਅਰਸ ਨਾਲ ਚੰਗਾ ਵਰਤਾਰਾ ਨਹੀਂ ਹੁੰਦਾ, ਇਨ ਦ ਸੈਂਸ ਕਿ ਉਹਨਾਂ ਨੂੰ ਫੂਡ ਜਿਹੜਾ ਰੋਟਨ ਦਿੱਤਾ ਗਿਆ ਹੈਗਾ, ਤੇ ਜਿਹੜੀ ਉਹਦੀ PPE ਜਿਹੜੀਆਂ ਆਪਾਂ ਪਾਉਂਦੇ ਹੈਗੇ ਗਲਵਸ ਮਾਸਕ, ਉਹ ਜਿਹੜੇ ਇਨਫੈਕਟਡ ਮਤਲਬ ਜਾ ਕੇ ਉਹੀ ਉਹਨਾਂ ਨੂੰ ਚਾਹੇ ਉਹ ਲੇਟੇ ਪਏ ਆ ਉਹਨਾਂ ਨੂੰ ਫੂਡ ਮੂੰਹ 'ਚ ਪਾਇਆ ਗਿਆ। ਸੋ ਇਹਦੇ ਨਾਲ ਤੁਸੀਂ ਦੇਖਿਆ ਹੋਊਗਾ ਕਿ ਕੋਈ ਡੈਥਸ ਵੀ ਜਿਹੜੀਆਂ ਹੋਈਆਂ ਹੈਗੀਆਂ ਜਦੋਂ ਕਿ ਇਨਫੈਕਟਡ PPE ਜਦੋਂ ਯੂਜ਼ ਕੀਤੇ ਗਏ ਉਸੇ ਸੇਮ ਨਾਲ, ਉਹਦੇ ਨਾਲ ਡੈਥਸ ਵੀ ਕਾਫੀ ਹੋਈਆਂ। ਸੋ ਇਹ ਜਿਹੜਾ ਇਹ ਅਨਐਕਸੈਪਟੇਬਲ ਸੀ। ਸੋ ਜਦੋਂ ਇਹ ਰਿਪੋਰਟ ਆਈ ਨੈਕਸਟ ਡੇ ਅਸੀਂ 5 MPs ਹੋਰ ਰਲ ਕੇ ਅਸੀਂ ਮੁੱਦਾ ਚੁੱਕਿਆ ਹੈ
ਕਿ ਇਹ ਸਾਡੇ ਸੀਨੀਅਰਸ ਇਹ ਡਿਜ਼ਰਵ ਨਹੀਂ ਕਰਦੇ, ਉਹ ਬਹੁਤ ਚੰਗੀ ਬੈਟਰ ਲਾਈਫ ਡਿਜ਼ਰਵ ਕਰਦੇ ਆ, ਨਾ ਕਿ ਇਹੋ ਜਿਹੀਆਂ ਚੀਜ਼ਾਂ ਡਿਜ਼ਰਵ ਕਰਦੇ ਹੈਗੇ ਆ। ਸੋ ਅਸੀਂ ਕਿਉਂਕਿ ਜਿਹੜਾ ਇਹ ਹੈਗਾ ਇਹ ਹੈਲਥ ਕੇਅਰ ਡਿਲੀਵਰੀ ਜਿਹੜੀ ਹੈ ਅੰਡਰ ਜਿਹੜਾ ਪ੍ਰੋਵਿੰਸ਼ੀਅਲ ਗਵਰਨਮੈਂਟ ਦੇ ਆਉਂਦਾ ਹੈਗਾ, ਸੋ ਇਸ ਕਰਕੇ ਅਸੀਂ ਡਗ ਫੋਰਡ ਨੂੰ ਵੀ ਲੈਟਰ ਲਿਖੀ। ਪਰ ਇਹਦੇ ਨਾਲ ਨਾਲ ਅਸੀਂ ਆਪਣੇ ਪ੍ਰਾਈਮ ਮਿਨਿਸਟਰ ਨਾਲ ਵੀ ਮਿਲੇ, ਅਸੀਂ ਮਿਨਿਸਟਰਸ ਨਾਲ ਵੀ ਮਿਲੇ, ਤੇ ਉਹਦੇ ਵਿੱਚ ਕਾਫੀ ਅਸੀਂ ਸਾਰਿਆਂ ਨੇ ਕੰਮ ਕੀਤਾ। ਉਹਦੇ ਨਾਲ ਇਹ ਹੋਇਆ ਕਿ ਤੁਸੀਂ ਦੇਖਿਆ ਹੋਗਾ ਕਿ ਥਰੋਨ ਸਪੀਚ ਦੇ ਵਿੱਚ ਇਹਦੇ ਬਾਰੇ ਮੈਂਸ਼ਨ ਕੀਤਾ ਗਿਆ, ਤੇ ਹੁਣ ਅਸੀਂ ਨੈਸ਼ਨਲ ਸਟੈਂਡਰਡ ਦੀ ਵੀ ਮੰਗ ਕੀਤੀ। ਤੇ ਉਹਦੇ ਵਿੱਚ ਇੱਕ ਦੋ ਚੀਜ਼ਾਂ ਜਿਹੜੀਆਂ ਮੈਂ ਕਹੂੰਗੀ ਕਿ ਕ੍ਰਿਮੀਨਲ ਕੋਡ ਦੇ ਵਿੱਚ ਤੁਸੀਂ ਦੇਖਿਓ ਜਿਹੜਾ ਕੀਤਾ ਗਿਆ, ਇੱਕ ਤਾਂ ਫਾਈਨ ਕੀਤਾ ਜਾਊਗਾ ਜਿਹੜਾ ਕੋਈ ਸੀਨੀਅਰਸ ਨਾਲ ਇਹੋ ਜਿਹਾ ਵਿਹਾਰ ਕੀਤਾ ਜਾਊ। ਫੈਡਰਲ ਲੈਵਲ ਤੇ ਮੈਂ ਇਹ ਬਹੁਤ ਗੱਲ ਕਹਿਣਾ ਚਾਹੁੰਦੀ ਕਿ ਮਾਨਾ ਸਾਨੂੰ ਪ੍ਰਾਈਮ ਮਿਨਿਸਟਰ ਨੇ ਸੁਣਿਆ। ਤੁਸੀਂ ਦੇਖਿਆ ਕਿ 1 ਬਿਲੀਅਨ ਜਿਹੜੀ ਫੰਡਿੰਗ ਹੈਗੀ ਆ ਫਾਲ ਇਕਨੋਮਿਕ ਸਟੇਟਮੈਂਟ ਦੇ ਵਿੱਚ ਵੀ ਉਹਦੇ ਬਾਰੇ ਗੱਲ ਕੀਤੀ ਗਈ ਕਿ $1 ਬਿਲੀਅਨ ਆ। ਵਿਦ ਡਿਊ ਰਿਸਪੈਕਟ ਹੈ ਤੇ ਅੰਡਰ ਪ੍ਰੋਵਿੰਸ਼ੀਅਲ ਜੁਰਿਸਡਿਕਸ਼ਨਸ ਦੇ ਵਿੱਚ, ਪਰ ਜਿਹੜੇ ਰਿਸੋਰਸਸ ਆ ਉਹ ਪ੍ਰੋਵਾਈਡ ਕੀਤੇ ਗਏ ਫੈਡਰਲ ਸਰਕਾਰ ਵੱਲੋਂ, ਜਦੋਂ ਕਿ ਫੈਡਰਲ ਸਰਕਾਰ ਦੇ ਅੰਡਰ ਨਹੀਂ ਵੀ ਆਉਂਦੇ, ਪਰ ਫਿਰ ਵੀ ਅਸੀਂ ਕੋਸ਼ਿਸ਼ ਕੀਤੀ ਕਿ ਜਿਹੜਾ ਕੁਝ ਅਸੀਂ ਕਰ ਸਕਦੇ ਹਾਂ ਆਪਣੇ ਸੀਨੀਅਰਸ ਲਈ ਉਹ ਕੀਤਾ ਜਾਵੇ। ਤੁਸੀਂ ਪ੍ਰੀਮੀਅਰ ਫੋਰਡ ਦੀ ਗੱਲ ਕੀਤੀ ਹੈ ਜੀ। ਪ੍ਰੀਮੀਅਰ ਫੋਰਡ ਕਹਿ ਰਹੇ ਨੇ ਕਿ ਜਿਹੜੀ ਫੈਡਰਲ ਗਵਰਨਮੈਂਟ ਹੈ ਉਹਦੇ ਕਰਕੇ ਕੇਸਿਸ ਅੰਟਾਰੀਓ 'ਚ ਵੱਧ ਰਹੇ ਨੇ, ਕਿ ਤੁਸੀਂ ਏਅਰਪੋਰਟ ਨੂੰ ਕੰਟਰੋਲ ਨਹੀਂ ਕਰ ਰਹੇ, ਹੋਰ ਐਸੀਆਂ ਗੱਲਾਂ ਹਨ। ਉਹਨਾਂ ਨੇ ਹੁਣ ਤੱਕ ਤਾਂ ਫੋਰਡ ਸਾਹਿਬ ਬੜੇ ਕੋਆਪਰੇਟਿਵ ਰਹੇ ਨੇ, ਪਰ ਉਹਨਾਂ ਨੇ ਜਿਹੜੀ ਇਹ ਗੱਲ ਕਹੀ ਹੈ ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਇਹਦੇ ਬਾਰੇ ਵੀ ਜੀ ਮੈਂ ਕਹਿਣਾ ਚਾਹੂੰਗੀ ਕਿ ਇਹ ਜਿਹੜਾ ਟਾਈਮ ਹੈਗਾ ਨਾ, ਇਹ ਬਲੇਮ ਗੇਮ ਖੇਡਣ ਦਾ ਟਾਈਮ ਨਹੀਂ ਹੈਗਾ। ਇਹ ਟਾਈਮ ਬੈਸਟ ਟਾਈਮ ਇਹ ਹੈਗਾ ਕਿ ਅਸੀਂ ਸਭ ਵੱਧ ਤੋਂ ਵੱਧ ਕੈਨੇਡੀਅਨਸ ਦੀ ਹੈਲਪ ਕਰੀਏ, ਨਾ ਕਿ ਅਸੀਂ ਬਲੇਮ ਕਰੀਏ ਇੱਕ ਦੂਜੀਆਂ ਗਵਰਨਮੈਂਟਸ ਤੇ। ਇਹਦੇ ਵਿੱਚ ਮੈਂ ਹੋਰ ਵੀ ਗੱਲ ਕਹਿਣਾ ਚਾਹੂੰਗੀ ਕਿ ਜੇ ਤੁਸੀਂ cbc.ca ਜਾਓਗੇ ਤੇ ਅੰਟੈਰੀਓ ਗਵਰਨਮੈਂਟ ਦੇ ਆਪਣੇ ਹੀ ਜਿਹੜੇ ਨੰਬਰਸ ਹੈਗੇ ਆ ਉਹਦੇ ਵਿੱਚ ਜਿਹੜੀ ਹੈਗੀ ਆ ਕਲੋਜ਼ ਕੰਟੈਕਟ ਉਹ 'ਚ 22,000 ਹੈਗਾ, ਤੇ ਜੇ ਤੁਸੀਂ ਕਮਿਊਨਿਟੀ ਸਪਰੈਡ ਦੇਖੋ ਉਹਦੇ 'ਚ 10,000 ਕੇਸਿਸ ਹੈਗੇ ਆ, ਤੇ ਹੋਰ ਵੀ ਜੇ ਤੁਸੀਂ ਟਰੈਵਲ ਤੇ ਜਾਓ ਉਹਦੇ 'ਚ 400 ਕੇਸ ਹੈਗਾ, ਤੇ ਇਹਦੇ ਵਿੱਚ ਜਿਹੜਾ ਕਿ 0.31% ਬਣਦਾ ਹੈਗਾ, ਬਹੁਤ ਹੀ ਘੱਟ 400 ਕੇਸਿਸ। ਤੋ ਇਹਦੇ ਨਾਲ ਤੁਸੀਂ ਆਪ ਹੀ ਹਿਸਾਬ ਕਰ ਸਕਦੇ, ਇਹ ਇੰਟੀਰੀਅਰ ਗਵਰਨਮੈਂਟ ਦਾ ਜਿਹੜਾ ਡੇਟਾ ਦੀ ਮੈਂ ਗੱਲ ਕਰ ਰਹੀ ਹੈਗੀ ਆ, ਇਹਦੇ ਤੋਂ ਪਤਾ ਲੱਗ ਸਕਦਾ ਹੈਗਾ ਇਹ ਕਮਿਊਨਿਟੀ ਸਪਰੈਡ ਹੈਗਾ ਕਿ ਟਰੈਵਲ ਹੈਗਾ। ਸੋ ਇਹਦੇ ਵਿੱਚ ਸਾਰੇ ਸਿਆਣੇ ਹੈਗੇ ਆ, ਤੁਸੀਂ ਡੇਟਾ ਦੇ ਹਿਸਾਬ ਨਾਲ ਜੇ ਤੁਸੀਂ ਗੱਲ ਕਰਦੇ ਹੋ ਤੇ ਕਮਿਊਨਿਟੀ ਸਪਰੈਡ ਤੇ ਸਾਨੂੰ ਜਿਹੜਾ ਉਹ ਜ਼ੋਰ ਲਾਉਣਾ ਚਾਹੀਦਾ, ਕਿਵੇਂ ਅਸੀਂ ਦੀ ਰੋਕਥਾਮ ਕਰੀਏ ਤੇ ਨਾ ਕਿ ਅਸੀਂ ਬਲੇਮ ਗੇਮ ਖੇਡੀਏ। ਤੇ ਪਰ ਫਿਰ ਵੀ ਜਿਹੜੀਆਂ ਫੈਡਰਲ ਸਰਕਾਰ ਨੇ 에ਅਰਪੋਰਟ ਦੇ ਉੱਤੇ ਆਪਣੇ ਜਿਹੜੇ ਬਹੁਤ ਸਟਰੋਂਗ ਮੈਜਰ ਕੀਤੇ ਹੋਏ ਆ। ਜੇ ਤੁਸੀਂ ਦੇਖੋ 22,000 ਤੇ ਕਲੋਜ਼ ਕੰਟੈਕਟ ਤੇ 10,000 ਜਿਹੜਾ ਕਮਿਊਨਿਟੀ ਸਪਰੈਡ ਨਾਲ ਆ ਰਹੇ ਆ, ਸਿਰਫ 400 ਕੇਸ ਜਿਹੜਾ ਹੈਗਾ ਉਹ ਟਰੈਵਲ ਦੇ ਥਰੂ ਆ ਰਿਹਾ, ਪਰ ਉਹਦੇ ਵਿੱਚ ਵੀ ਜਿਹੜੇ ਸਟਰੋਂਗ ਮੈਜਰ ਜਿਹੜੇ ਆ ਉਹ ਕੀਤੇ ਗਏ ਹੈਗੇ ਆ 에ਅਰਪੋਰਟਸ ਤੇ। ਤੇ ਅਖੀਰ ਦੇ ਵਿੱਚ ਮੈਂ ਇਹ ਕਹਿਣਾ ਚਾਹੂੰਗੀ, ਲੈਟਸ ਨਾਟ ਪਲੇ ਅ ਬਲੇਮ ਗੇਮ। Instead of that, we should help our Canadians ਜਿਹੜੇ ਸਾਡੇ PL ਦੇ ਹੈਗੇ ਆ, ਉਹਦੇ ਵਿੱਚ ਅਜੇ ਵੀ ਅਸੀਂ ਅੰਡਰ ਲੋਕਡਾਊਨ ਜਾ ਰਹੇ ਹੈਗੇ ਆ। ਵੱਧ ਤੋਂ ਵੱਧ ਜਿਹੜਾ ਅਸੀਂ ਆਪਣੇ ਕੈਨੇਡੀਅਨਸ ਦੀ, ਆਪਣੇ ਬ੍ਰੈਂਪਟੋਨੀਅਨਸ ਦੀ ਹੈਲਪ ਕਰੀਏ, ਤਾਂ ਕਿ ਅਸੀਂ ਇਸ ਜਿਹੜੀ COVID-19 ਦੀ ਜਿਹੜੀ ਪੈਂਡੈਮਿਕ ਤੋਂ ਸਰਵਾਈਵ ਕਰ ਸਕੀਏ। ਮੈਨੂੰ ਪਤਾ ਤੁਹਾਡੇ ਕੋਲ ਸਮਾਂ ਬੜਾ ਘੱਟ ਹੈ, ਪਰ ਮੈਂ ਇੱਕ ਸਵਾਲ ਤੁਹਾਨੂੰ ਜ਼ਰੂਰ ਪੁੱਛਣਾ। ਅੱਜ ਕੱਲ੍ਹ ਸਭ ਦੇ ਜ਼ਿਹਨ 'ਚ ਇਹ ਆ ਰਿਹਾ, ਕਿਤੇ ਨਾ ਕਿਤੇ ਇਹਦਾ ਜ਼ਿਕਰ ਹੁੰਦਾ, ਇਲੈਕਸ਼ਨ ਕਦੋਂ ਆ ਰਹੀ ਹੈ? ਦੇਖੋ ਵੀਰ ਜੀ, ਮੈਂ ਹੁਣੇ ਜਿਹੜੀ ਕਹਿ ਰਹੀ ਸੀਗੀ ਕਿ ਇਸ ਟਾਈਮ ਤੇ ਇਹਦੇ ਬਾਰੇ ਸੋਚਣਾ ਵੀ ਨਹੀਂ ਚਾਹੀਦਾ। ਇਸ ਟਾਈਮ ਤੇ ਸਾਡੇ ਕੈਨੇਡੀਅਨਸ ਨੂੰ ਆ, ਸਾਡੇ ਬ੍ਰੈਂਪਟੋਨੀਅਨਸ ਨੂੰ ਬਹੁਤ ਹੈਲਪ ਦੀ ਲੋੜ ਹੈਗੀ ਆ। ਚਾਹੇ ਉਹ ਸਾਡੇ ਬਿਜ਼ਨਸ ਵਾਲੇ ਭੈਣ ਭਰਾ ਹੈਗੇ, ਚਾਹੇ ਸਾਡੇ ਹੈਲਥ ਕੇਅਰ ਜਿਹੜੇ ਵਰਕਰਸ, ਜਿਹੜੇ ਫਰੰਟ ਲਾਈਨ ਵਰਕਰਸ ਹੈਗੇ, ਐਸੈਂਸ਼ੀਅਲ ਵਰਕਰਸ ਹੈਗੇ ਆ। ਬਹੁਤ ਜੇ ਤੁਸੀਂ ਤੇ ਮੈਂਟਲ ਹੈਲਥ ਦੇ ਕੇਸਿਸ ਦੇਖੋ ਰਾਈਜ਼ ਤੇ ਹੈਗੇ ਆ। ਸੋ ਹਰ ਇੱਕ ਨੂੰ ਹੈਲਪ ਦੀ ਲੋੜ ਹੈ। ਇਸ ਟਾਈਮ ਸਾਨੂੰ ਕੈਨੇਡੀਅਨਸ ਦੀ ਬਾਂਹ ਫੜਨ ਦੀ ਲੋੜ ਹੈਗੀ ਆ, ਨਾ ਕਿ ਇਲੈਕਸ਼ਨ ਵਾਸਤੇ ਸੋਚਣ ਦੀ ਲੋੜ ਹੈਗੀ ਆ। ਸੋ ਮੈਂ ਤਾਂ ਇਹ ਕਹੂੰਗੀ ਕਿ ਵੱਧ ਤੋਂ ਵੱਧ ਸਾਰੇ ਆਪਾਂ ਰਲ ਕੇ ਕੰਮ ਕਰੀਏ, ਤਾਂ ਕਿ ਅਸੀਂ ਇਸ ਔਖੇ ਸਮੇਂ ਤੋਂ ਨਿਕਲ ਸਕੀਏ। ਮੇਰਾ ਤੇ ਇਹੀ ਕਹਿਣਾ ਜੀ। ਸੁਣਿਆ ਜੀ, ਦੇਖੋ ਇਹ ਛੁੱਟੀਆਂ ਦਾ ਸਮਾਂ, ਕ੍ਰਿਸਮਸ, ਨਿਊ ਈਅਰਸ ਆ ਰਿਹਾ, ਬਟ ਇਹ ਕਾਫੀ ਉਦਾਸੀ ਵਾਲਾ ਸਮਾਂ ਵੀ ਹੈ ਕਿ ਬਹੁਤ ਲੋਕਾਂ ਦੇ ਫੈਮਿਲੀ ਮੈਂਬਰਸ ਚਲੇ ਗਏ ਨੇ, ਕਈ ਹਸਪੀਟਲਸ ਦੇ ਵਿੱਚ ਪਏ ਨੇ, ਇੰਟੈਂਸਿਵ ਕੇਅਰ ਦੇ ਵਿੱਚ ਪਏ ਨੇ। ਤੁਸੀਂ ਅਖੀਰ ਦੇ ਵਿੱਚ ਕੀ ਸੁਨੇਹਾ ਦੇਣਾ ਚਾਹੋਗੇ ਬ੍ਰੈਂਪਟੋਨੀਅਨਸ, onਟਾਰੀਅਨਸ ਨੂੰ ਕੀ ਕਹਿਣਾ ਚਾਹੋਗੇ?
ਬਿਲਕੁਲ ਵੀਰ ਜੀ, ਪਹਿਲਾਂ ਤਾਂ ਮੈਂ ਇਹ ਕਹਿਣਾ ਚਾਹੂੰਗੀ ਕਿ ਮੈਂ ਬਹੁਤ ਸਿੰਪਥਾਈਜ਼ਡ ਹੈਗੀ ਆ। ਮਾਈ ਹਾਰਟ ਗੋਜ਼ ਟੂ ਜਿਹੜੇ ਵੀ ਜਿਨ੍ਹਾਂ ਦੇ ਲਵਡ ਵਨਸ ਵਿਛੜ ਗਏ ਆ। ਬਹੁਤ ਹੀ ਔਖਾ ਟਾਈਮ ਬੀਤਿਆ ਹੈਗਾ ਔਰ ਬੀਤ ਰਿਹਾ ਹੈਗਾ। ਸੋ ਬੇਸ਼ੱਕ ਵੈਕਸੀਨ ਜਿਹੜੀ ਆ ਗਈ ਹੈਗੀ ਆ, ਪਰ ਸਟਿਲ ਸਾਨੂੰ ਆਪਣਾ ਅਜੇ ਵੀ ਸਾਨੂੰ ਵੀ ਆਰ ਨਾਟ ਆਊਟ ਆਫ ਵੁੱਡਸ ਯੈਟ। ਸਾਨੂੰ ਅਜੇ ਵੀ ਆਪਣਾ ਉਵੇਂ ਹੀ ਪ੍ਰੀਕਾਸ਼ਨਸ ਲੈਣੀਆਂ ਪੈਣਗੀਆਂ। ਉਵੇਂ ਹੀ ਸਾਰਾ ਜਿਵੇਂ ਹੈਲਥ ਅਫੀਸ਼ੀਅਲਸ ਦੀਆਂ ਗਾਈਡਲਾਈਨਸ ਦੇ ਅੰਡਰ ਸਾਨੂੰ ਚੱਲਣਾ ਪਊਗਾ ਤਾਂ ਕਿ ਅਸੀਂ ਇਹ ਜਿਹੜੀ ਆ ਇਸ ਤੋਂ ਸਰਵਾਈਵ ਕਰ ਸਕੀਏ। ਸੋ ਮਾਸਕ ਲਾਓ। ਆਈ ਨੋ ਸੈਲੀਬ੍ਰੇਸ਼ਨਸ ਹੈਗੀਆਂ, ਅਸੀਂ ਜਦੋਂ ਸਾਰਾ ਇਹ ਓਵਰ ਹੋ ਜਾਊਗਾ ਅਸੀਂ ਨੈਕਸਟ ਈਅਰ ਜਿਹੜਾ ਉਹ ਸੈਲੀਬ੍ਰੇਸ਼ਨਸ ਕਰ ਲਵਾਂਗੇ। ਇਸ ਟਾਈਮ ਤੇ ਮੈਂ ਇਹ ਅਪੀਲ ਕਰੂੰਗੀ ਕਿ ਤੁਸੀਂ ਘੱਟ ਤੋਂ ਘੱਟ ਜਿਹੜਾ ਆਪਣਾ ਤੁਸੀਂ ਬਾਹਰ ਜਾਓ, ਜੇ ਬਹੁਤ ਹੀ ਜ਼ਰੂਰੀ ਹੈ ਗਰੋਸਰੀਜ਼ ਲੈਣੀਆਂ ਹੈਗੀਆਂ ਜਾਂ ਤਾਂ ਹੀ ਬਾਹਰ ਜਾਓ। ਤੁਸੀਂ ਆਪਣੇ ਘਰ ਦੇ ਅੰਦਰ ਰਹੋ, ਆਪਣੇ ਹੈਂਡ ਵਾਸ਼ ਕਰੋ, ਮਾਸਕ ਲਾਓ ਤੇ ਜਿੰਨ ਵੱਧ ਤੋਂ ਵੱਧ ਜਿਹੜੀਆਂ ਪ੍ਰੀਕਾਸ਼ਨਸ ਲਿੱਤੀਆਂ ਜਾ ਸਕਦੀਆਂ ਉਹ ਲਓ। ਤੇ ਕੋਵਿਡ-19 ਜਿਹੜਾ ਅਲਰਟ ਐਪ ਉਹ ਜ਼ਰੂਰ ਤੁਸੀਂ ਡਾਊਨਲੋਡ ਕਰੋ। ਇਹਦੇ ਨਾਲ ਤੁਸੀਂ ਆਪ ਵੀ ਤੇ ਦੂਜਿਆਂ ਨੂੰ ਵੀ ਸੁਰੱਖਿਅਤ ਰੱਖ ਸਕਦੇ ਹੈਗੇ ਹੋ। ਤੇ ਹੋਰ ਵੀ ਸਭ ਤੋਂ ਜ਼ਰੂਰੀ ਗੱਲ ਇਹ ਹੈਗੀ ਆ ਕਿ ਮੈਂ ਤੇ ਇਹ ਪਰਮਾਤਮਾ ਅੱਗੇ ਅਰਦਾਸ ਕਰਦੀ ਕਿ ਆਉਣ ਵਾਲਾ ਜਿਹੜਾ ਸਾਲ ਆ ਉਹ ਸਾਰਿਆਂ ਲਈ ਬਹੁਤ ਹੀ ਖੁਸ਼ੀਆਂ ਭਰਿਆ ਹੋਵੇ, ਉਮੀਦਾਂ ਭਰਿਆ ਹੋਵੇ ਤੇ ਬਹੁਤ ਹੀ ਸੋਹਣਾ ਜਿਹੜਾ ਨਵਾਂ ਸਾਲ ਚੜੇ ਤਾਂ ਕਿ ਅਸੀਂ ਇਹ ਕੋਵਿਡ-19 ਵਰਗੇ ਰੋਗ ਤੋਂ ਨਿਜਾਤ ਪਾ ਸਕੀਏ ਤੇ ਆਉਣ ਵਾਲਾ ਟਾਈਮ ਸਾਰਿਆਂ ਲਈ ਬਹੁਤ ਹੀ ਖੁਸ਼ਗਵਾਰ ਹੋਵੇ। ਸੋਨੀਆ ਜੀ, ਸਮਾਂ ਦੇਣ ਲਈ ਬਹੁਤ ਬਹੁਤ ਧੰਨਵਾਦ ਜੀ। ਸਾਡੇ ਸਾਰਿਆਂ ਵੱਲੋਂ ਅਸੀਂ ਕਾਮਨਾ ਕਰਦੇ ਹਾਂ ਕਿ ਤੁਹਾਨੂੰ, ਤੁਹਾਡੇ ਪਰਿਵਾਰ ਨੂੰ ਪਰਮਾਤਮਾ ਤੰਦਰੁਸਤੀ ਬਖਸ਼ੇ ਤੇ ਸਾਡੇ ਸਾਰੇ ਹਮਦਰਦ ਪਰਿਵਾਰ ਵੱਲੋਂ ਤੁਹਾਨੂੰ ਸ਼ੁਭ ਕਾਮਨਾਵਾਂ ਜੀ। ਬਿਲਕੁਲ ਜੀ, ਮੇਰੇ ਤੇ ਮੇਰੇ ਪਰਿਵਾਰ ਵੱਲੋਂ ਸਾਰਿਆਂ ਨੂੰ ਨਵੇਂ ਸਾਲ ਦੀਆਂ ਬਹੁਤ ਬਹੁਤ ਵਧਾਈਆਂ ਜੀ। ਆਉਣ ਵਾਲਾ ਟਾਈਮ ਬਹੁਤ ਹੀ ਖੁਸ਼ੀਆਂ ਭਰਿਆ ਹੋਵੇ। ਸਾਰਿਆਂ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ ਜੀ। ਥੈਂਕ ਯੂ।